Like the video, subscribe to the channel and press the bell icon for latest video update. ਪਰ ਜਿਹੜਾ ਮੁੱਦਾ ਹੀ ਨਹੀਂ ਹੈਗਾ ਉਹਦੇ ਉੱਪਰ ਥਰੂ ਆਊਟ ਦਾ ਵਰਲਡ ਇਤਨਾ ਵਾਹ ਵੇਲਾ ਖੜਾ ਕਰਤਾ ਗਿਆ ਕਿ ਜਿਨ੍ਹਾਂ ਲੋਕਾਂ ਨੂੰ ਅਸੀਂ ਸੈਲੀਬ੍ਰਿਟੀ ਕਹਿੰਦੇ ਹੈਗੇ ਆ ਉਹਨਾਂ ਨੂੰ ਇਹ ਵੀ ਸੀ ਨਹੀਂ ਪਤਾ ਕਿ ਖੇਤੀਬਾੜੀ ਕੀ ਹੁੰਦੀ ਆ, ਫਾਰਮਰ ਕਹਿੰਦੇ ਕਿਹਨੂੰ ਆ। ਉਹ ਜਿਹੜੇ ਲੋਕ ਪਹਾੜੇ ਦੇ ਟੱਟੂ ਨੇ, ਖੁਦ ਉਹ ਚਾਹੇ ਫਿਲਮੀ ਐਕਟਰ ਨੇ ਤੇ ਚਾਹੇ ਦੂਜੇ ਤੀਜੇ ਨੇ, ਪੈਸਾ ਸਿੱਟੋ ਇਹਨਾਂ ਪਾਸੋਂ ਜੋ ਕੁਝ ਮਰਜ਼ੀ ਕਰਾ ਲਓ, ਫੇਵਰ ਚ ਬੁਲਾ ਲਓ, ਅਗੇਂਸਟ ਬੁਲਾ ਲਓ, ਪੈਸਾ ਸਿੱਟੋ, ਪੈਸਾ ਸਿੱਟੋ। ਗੁਰੂ ਗ੍ਰੰਥ ਸਾਹਿਬ ਇੱਕ ਸੰਗੀਤ ਦਾ ਗ੍ਰੰਥ ਹੈ, ਲੇਕਿਨ ਅਸੀਂ ਇਹ ਸੰਗੀਤ ਵਿੱਚੋਂ ਕਿਤਨੀ ਕੋਮਲ ਕਲਾ ਨੂੰ ਅਸੀਂ ਸਿੱਖਿਆ। ਅਗਰ ਕਿਸੇ ਨੇ ਸਿੱਖ ਵੀ ਲਿਆ, ਕਿੱਡੀ ਵੱਡੀ ਟ੍ਰੈਜਡੀ ਹੈਗੀ ਆ, ਉਸ ਕੋਮਲ ਕਲਾ ਨੂੰ ਵੇਚ ਕੇ ਵਪਾਰ ਬਣਾ ਲਿਆ ਉਹਨੇ। ਅਗਰ ਕਿਸੇ ਵਿਅਕਤੀ ਨੂੰ ਗਾਣਾ ਵਜਾਉਣਾ ਆਉਂਦਾ ਜਾਂ ਕਲਾਸੀਕਲ ਜਾਂ ਕਿਸੇ ਪ੍ਰਕਾਰ ਦਾ ਵੀ ਟੈਲੈਂਟ ਪ੍ਰਭੂ ਨੇ ਦਿੱਤਾ, ਤੇ ਇਹਨੂੰ ਵੇਚ ਕੇ ਰੋਟੀ ਥੋੜ੍ਹੀ ਖਾਣੀ ਆ। ਇਸ ਕੋਮਲ ਕਲਾ ਨੂੰ ਇੱਕ ਟੈਕਨੀਕ ਬਣਾ ਕੇ, ਜਿੱਦਾਂ ਨਾਨਕ ਨੇ ਉਸ ਆਲਮਾਈਟੀ ਨੂੰ ਪਾ ਲਿਆ, ਅਸੀਂ ਉਹਨੂੰ ਪਾਉਣਾ ਆ। ਇਹ ਜੋ ਕੁਝ ਵੀ ਹੋ ਰਿਹਾ, ਇਹ ਤੁਸੀਂ ਇੱਕ ਚੀਜ਼ ਨੋਟ ਕਰਕੇ ਦੇਖੋ ਭਾਰਤ ਸਾਹਿਬ। ਹਾਂਜੀ, ਕੋਈ ਦੇਸ਼ ਕ੍ਰਿਸਚਨ ਆ, ਹਾਂਜੀ, ਕੋਈ ਦੇਸ਼ ਇਸਲਾਮਿਕ ਆ ਜੀ, ਕੋਈ ਦੇਸ਼ ਬੁੱਧਿਸਟ ਆ, ਹਾਂਜੀ, ਕੋਈ ਦੇਸ਼ ਕਮਿਊਨਿਸਟ ਆ। ਹਾਂਜੀ, ਉਹ ਜਿੰਨੇ ਵੀ ਦੇਸ਼ ਹੈਗੇ ਨੇ ਉਹ ਦੂਸਰੇ ਨੂੰ ਵੜਨ ਨਹੀਂ ਦਿੰਦੇ। ਇਸਲਾਮਿਕ ਕੰਟਰੀਜ਼ ਕ੍ਰਿਸਚੀਅਨ ਨੂੰ ਨਹੀਂ ਵੜਨ ਦਿੰਦੇ, ਬਿਲਕੁਲ ਕ੍ਰਿਸਚੀਅਨ ਕੰਟਰੀ ਇਸਲਾਮ ਨੂੰ ਨਹੀਂ ਵੜਨ ਦਿੰਦੇ, ਹਾਂਜੀ, ਕਮਿਊਨਿਸਟ ਦੋਨਾਂ ਨੂੰ ਨਹੀਂ ਵੜਨ ਦਿੰਦੇ, ਹਾਂਜੀ, ਬੁੱਧਿਸਟ ਕਿਸੇ ਨੂੰ ਵੀ ਨਹੀਂ ਵੜਨ ਦਿੰਦੇ। ਕਰ ਕਰਾ ਕੇ ਇੱਕ ਹਿੰਦੁਸਤਾਨ ਰਹਿ ਗਿਆ ਜਿਹਦੇ ਵਿੱਚ ਸਾਰੇ ਹੀ ਆ। ਹਾਂਜੀ, ਕਿਉਂ ਸਾਰੇ ਹੈ? ਦਰਸ਼ਕੋ, ਹੁਣ ਅਸੀਂ ਤੁਹਾਡੀ ਮੁਲਾਕਾਤ ਡਾਕਟਰ ਜਸਵੀਰ ਸਿੰਘ ਦਸਾਂਝ ਜੀ ਨਾਲ ਕਰਵਾ ਰਹੇ ਹਾਂ। ਇਹਨਾਂ ਦੇ ਅਸੀਂ 3-4 ਪਹਿਲੇ ਐਪੀਸੋਡ ਕੀਤੇ ਹੈਗੇ ਆ। ਅੱਜ ਖਾਸ ਤੌਰ 'ਤੇ ਕਿਸਾਨ ਅੰਦੋਲਨ ਇੰਟਰਨੈਸ਼ਨਲ ਰੈਮੀਫਿਕੇਸ਼ਨ ਸੰਬੰਧੀ ਅਸੀਂ ਗੱਲਬਾਤ ਕਰਾਂਗੇ। ਡਾਕਟਰ ਜਸਵੀਰ ਸਿੰਘ ਦਸਾਂਝ ਜੀ MD ਹੈਗੇ ਆ, ਸਕਿਨ ਸਪੈਸ਼ਲਿਸਟ ਹੈਗੇ ਆ, ਜਲੰਧਰ ਵਿਖੇ ਬੇਸਡ ਹੈਗੇ ਆ, ਅਤੇ ਨਾਲ ਇਹਨਾਂ ਦੀ ਖੇਤੀ ਵੀ ਕਰਦੇ ਹੈਗੇ ਕੁਛ ਏਕੜਾਂ ਵਿੱਚ ਆਪਣੇ। ਇਹ ਕਿਸਾਨੀ ਨੂੰ ਅੱਛੀ ਤਰ੍ਹਾਂ ਸਮਝਦੇ ਹੈਗੇ। ਡਾਕਟਰ ਸਾਹਿਬ, ਕੀ ਕਹਿਣਾ ਚਾਹੁੰਦੇ ਹੋ ਤੁਸੀਂ? ਅਧਿਆਤਮ ਨਿਕੇਤਨ ਜਲੰਧਰ ਵੱਲੋਂ ਆਪ ਸਭ ਕੇ ਭੀਤਰ ਸਵੈ ਪ੍ਰਕਾਸ਼ਮਾਨ ਜੋਤ में डॉक्टर दसांझ ਦਾ ਪ੍ਰਣਾਮ। ਥੈਂਕ ਯੂ ਸਰ। ਜੋ ਕੁਛ ਪਿਛਲੇ ਦਿਨਾਂ ਤੋਂ ਮੀਡੀਆ ਵਿੱਚ ਸੁਣਨ ਵਿੱਚ ਅਤੇ ਦੇਖਣ 'ਚ ਆ ਰਿਹਾ ਜੀ, ਉਹ ਸਾਰਾ ਕੁਝ ਦੇਖ ਕੇ ਇੱਕ ਸੱਚਾਈ, ਇਮਾਨਦਾਰੀ, ਡੈਡੀਕੇਸ਼ਨ, ਸੈਂਸ ਆਫ ਰਿਸਪੌਂਸਿਬਿਲਿਟੀ ਅਤੇ ਆਪਣੀ ਜਨਮ ਭੂਮੀ ਨੂੰ, ਆਪਣੇ ਰਾਸ਼ਟਰ ਨੂੰ ਪਿਆਰ ਕਰਨ ਵਾਲੇ ਵਿਅਕਤੀ ਜੋ ਉਸਦਾ ਹਿਰਦੇ ਹੈ, ਉਹ ਇਹ ਸਾਰਾ ਕੁਝ ਵਰਤਾਰਾ ਦੇਖ ਕੇ ਜੀ, ਦੁਖੀ ਹੁੰਦਾ, ਉਦਾਸ ਹੁੰਦਾ। ਜਿਵੇਂ ਆਪਾਂ ਪਿਛਲੀਆਂ ਆਪਣੇ ਐਪੀਸੋਡ 'ਚ ਸਾਡੀ ਗੱਲਬਾਤ ਦਾ ਆਧਾਰ ਹਮੇਸ਼ਾ ਧਰਮ ਤੇ ਅਧਰਮ, ਹੋਸ਼ ਤੇ ਬੇਹੋਸ਼ੀ ਜੀ, ਇਹੀ ਰਿਹਾ ਹੈ। ਅੱਜ ਵੀ ਉਸੇ ਹੀ ਨਜ਼ਰੀਏ ਤੋਂ ਅਸੀਂ ਇਹ ਦੇਖਾਂਗੇ ਕਿ ਜੋ ਕੁਛ ਇੰਟਰਨੈਸ਼ਨਲੀ ਇਸ ਮੂਵਮੈਂਟ ਨੂੰ ਲੈ ਕੇ ਹੋਇਆ, ਜੀ, ਹੋ ਰਿਹਾ ਹੈ, ਉਹ ਕਿੰਨਾ ਕੁ ਸਹੀ ਹੈ ਤੇ ਕਿੰਨਾ ਕੁ ਗਲਤ ਹੈ। ਜੀ, ਭਾਰਤ ਸਾਹਿਬ, ਆਪਣੀ ਪਿਛਲੀ ਡਿਸਕਸ਼ਨ 'ਚ 2 ਸ਼ਬਦ ਦਾ ਇਸਤੇਮਾਲ ਕੀਤਾ ਗਿਆ ਸੀ। ਜੀ, ਇੱਕ ਸੀ ਕਿ ਪੌੜੀ ਦੀ ਜੜ ਇਹ ਭਾਰਤੀ ਵਿਰਾਸਤ ਹੈ, ਕਿਉਂਕਿ ਇਹ ਭਾਰਤੀ ਵਿਰਾਸਤ ਕੌਨਸ਼ੀਅਸਨੈਸ ਓਰੀਐਂਟਡ ਵਿਰਾਸਤ ਹੈ। ਜੀ, ਸੋ ਇੱਕ ਪਾਸੇ ਦਾ ਇਕੱਲਾ ਇਹਦਾ ਅਧਿਆਤਮ ਹੈ, ਇਹਨੂੰ ਜਦੋਂ ਅਸੀਂ ਕੌਨਸ਼ੀਅਸਨੈਸ ਓਰੀਐਂਟੇਸ਼ਨ ਕਹਿੰਦੇ ਆ, ਜੀ, ਜੀ, ਇਟ ਮੀਨਸ ਕਿ ਅਸੀਂ ਪੁਰਾਣਾ ਚੱਲਿਆ ਆ ਰਿਹਾ ਇੱਕ ਮੁਹਾਵਰਾ ਹੈ, ਪੂਰਬ ਦਾ ਅਧਿਆਤਮ ਤੇ ਪੱਛਮ ਦਾ ਵਿਗਿਆਨ। ਜੀ, ਜੀ, ਪੂਰਬ ਦਾ ਅਧਿਆਤਮ ਤੇ ਪੱਛਮ ਦਾ ਵਿਗਿਆਨ, ਇਹ ਦੋ ਇਕੱਠੇ ਨਹੀਂ ਹੋ ਸਕਦੇ। ਅਗਰ ਇਕੱਠੇ ਹੋ ਜਾਣ ਤਾਂ ਜੀਵਨ ਸੰਤੁਲਨ ਹੋ ਜਾਏਗਾ। ਬਿਲਕੁਲ ਠੀਕ ਹੈ। ਜਦੋਂ ਅਸੀਂ ਪੂਰਬ ਦੇ ਅਧਿਆਤਮ ਦੀ ਗੱਲ ਕਰਦੇ ਹਾਂ ਤਾਂ ਇਸ ਅਧਿਆਤਮ ਨੇ ਵਿਗਿਆਨ ਨੂੰ ਬਾਹਰ ਨਹੀਂ ਰੱਖਿਆ।
ਇਸ ਆਬਜੈਕਟਿਵ ਵਰਲਡ ਨੂੰ, ਇਸ ਮਟੀਰੀਅਲ ਵਰਲਡ ਨੂੰ, ਇਸ ਸਾਇੰਸ ਐਂਡ ਟੈਕਨੋਲੋਜੀ ਨੂੰ ਉਹ ਬਾਹਰ ਨਹੀਂ ਰੱਖਦਾ। ਜੇ ਬਾਹਰ ਰੱਖਿਆ ਹੁੰਦਾ ਤਾਂ ਸਾਨੂੰ ਸਾਡੇ ਜਿਹੜੇ ਸਮੁੱਚੇ ਗ੍ਰੰਥ ਨੇ, ਜਿਹੜੇ ਕਿ ਇਸ ਵਿਗਿਆਨ ਨਾਲ ਭਰੇ ਪਏ ਨੇ, ਉਹਨਾਂ ਨੇ ਕੋਈ ਪਹਿਲੂ ਛੱਡਿਆ ਨਹੀਂ ਜਿਹੜਾ ਕਿ ਮਨੁੱਖ ਦੇ ਨਾਲ ਸੰਬੰਧਿਤ ਹੋਵੇ, ਉਹਨੂੰ ਉਹਨਾਂ ਨੇ ਰਹਿਣ ਹੀ ਨਹੀਂ ਦਿੱਤਾ। ਈਵਨ ਸਾਇੰਟਿਫਿਕ ਐਸਪੈਕਟਸ ਵੀ ਪੂਰੀ ਤਰ੍ਹਾਂ ਐਕਸਪਲੇਨ ਹੋਏ ਹੈਗੇ। ਹੋਏ ਹੈਗੇ ਨੇ। ਹਾਂਜੀ। ਉਹ ਅਨਫੋਰਚੂਨੇਟਲੀ ਸਾਨੂੰ ਉਹ ਨਹੀਂ ਪੜ੍ਹਨ ਦਿੱਤੇ ਗਏ, ਸਾਨੂੰ ਉਹ ਨਹੀਂ ਸਿਖਾਏ ਗਏ, ਸਾਨੂੰ ਉਹਨਾਂ ਨੇੜੇ ਨਹੀਂ ਲੱਗਣ ਦਿੱਤਾ ਗਿਆ। ਜੀ। ਕਿਉਂ? ਪਿਛਲੀ ਵਾਰੀ ਆਪਾਂ ਜ਼ਿਕਰ ਕੀਤਾ ਸੀਗਾ ਕਿ ਜਿਹੜੀ ਹੀਣ ਭਾਵਨਾ ਦੀ ਗ੍ਰੰਥੀ ਹੈ ਉਹ ਮਨੁੱਖ ਨੂੰ ਇੱਕ ਇਹੋ ਜਿਹਾ ਹੰਕਾਰ ਦੇ ਦਿੰਦੀ ਹੈਗੀ ਆ ਕਿ ਹੰਕਾਰ ਦੂਸਰੇ ਨੂੰ ਸਹਿਣ ਹੀ ਨਹੀਂ ਕਰਦਾ। ਹੰਕਾਰ ਕਹਿੰਦਾ ਕਿ ਬਸ ਮੈਂ ਹੈ, ਦੂਸਰੀ ਤਾਂ ਚੀਜ਼ ਹੈ ਹੀ ਨਹੀਂ ਜੀ। ਐਂਡ ਉਹ ਦੂਸਰੇ ਨੂੰ ਖਤਮ ਕਰਨ ਲਈ, ਦੂਸਰੇ ਨੂੰ ਨੁਕਸਾਨ ਪਹੁੰਚਾਉਣ ਲਈ ਕਿਸੇ ਹੱਦ ਤੱਕ ਵੀ ਹੰਕਾਰ ਜਾ ਸਕਦਾ। ਜੀ 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 ਜੀ। ਇਸ ਵੇਲੇ ਜੋ ਵੈਸਟਰਨ ਕੰਟਰੀ ਦਾ ਸਾਰਾ ਮਟੀਰੀਅਲ ਡਿਵੈਲਪਮੈਂਟ ਹੈ, ਐਂਡ ਸਾਇੰਸ ਐਂਡ ਟੈਕਨੋਲੋਜੀ ਹੈ, ਬੜੀਆਂ ਮਟੀਰੀਅਲ ਪ੍ਰੋਸਪੈਰਿਟੀ ਬੇਇੰਤਹਾ ਹੈ ਉਹਨਾਂ ਦੇ ਪਾਸ, ਪੂੰਜੀ ਉਹਨਾਂ ਪਾਸ ਬੇਇੰਤਹਾ ਹੈ। ਜੀ ਜੀ। ਪਰ ਉਹ ਭਿਖਾਰੀ ਨੇ। ਤੁਸੀਂ ਨੋਟ ਕਰੋ। ਹਾਂਜੀ। ਮੈਂ ਇੱਕ ਅੱਜ ਹੋਰ ਸ਼ਬਦ ਸੁਣੇ ਨੇ ਦੋ, ਜੀ। ਕਿ ਵੀ ਹਿੰਦੁਸਤਾਨ ਦਾ ਯੋਗ ਤੇ ਚਾਹੇ, ਇਹ ਬਾਕੀ ਦੁਨੀਆ ਵੈਸਟ ਇਹਨਾਂ ਨੂੰ ਪਸੰਦ ਨਹੀਂ ਕਰ ਰਿਹਾ। ਜੀ। ਯੋਗ ਹੈ ਉਹ ਤਾਂ ਹੈ ਹੀ ਹੈ, ਉਹ ਤਾਂ ਇੱਕ ਕੌਨਸ਼ੀਅਸਨੈਸ ਦੀ ਇੱਕ ਸੁਗੰਧ ਹੈ। ਹਿੰਦੁਸਤਾਨ ਦਾ ਜਿਹੜਾ ਫਲਾਵਰ ਹੈ ਉਹਦੀ ਇੱਕ ਸੁਗੰਧੀ ਹੈ ਸਾਡਾ ਯੋਗ, ਪ੍ਰਾਣਾਯਾਮ ਐਂਡ ਧਿਆਨ। ਹਾਂਜੀ। ਅਧਿਆਤਮ ਸਾਡਾ ਸੁਗੰਧ ਹੈ। ਹਾਂਜੀ। ਇਹ ਤਾਂ ਫੈਲੇਗੀ, ਇਹਨੂੰ ਕੋਈ ਡੱਕ ਹੀ ਨਹੀਂ ਸਕਦਾ। ਜੀ ਜੀ। ਤੇ ਜੇ ਹੁਣ ਚਾਹ ਦੀ ਗੱਲਬਾਤ ਹੋਈ ਤਾਂ ਵੈਸਟਰਨ ਮੀਡੀਆ 'ਚ ਆ ਰਿਹਾ ਚਾਹ ਮੀਨਸ ਮੋਦੀ। ਹਾਂਜੀ। ਉਹ ਜਿਸ ਤਰੀਕੇ ਦੇ ਨਾਲ ਸਾਡਾ ਇਹ ਯੋਗ, ਪ੍ਰਾਣਾਯਾਮ, ਧਿਆਨ, ਆਯੁਰਵੇਦ, ਮਿਊਜ਼ਿਕ, ਦੁਨੀਆ ਦਾ ਉਹਨੇ ਕੋਈ ਕੋਨਾ ਨਹੀਂ ਛੱਡਿਆ। ਹਾਂਜੀ। ਜਿਹਨੂੰ ਅਸੀਂ ਯੂਨਾਨੀ ਮੈਡੀਸਨ ਵੀ ਕਹਿੰਦੇ ਆ, ਉਹ ਵੀ ਆਯੁਰਵੇਦ ਦਾ ਹੀ ਮੋਡੀਫਿਕੇਸ਼ਨ ਹੈ। ਬਿਲਕੁਲ ਠੀਕ ਹੈ। ਅਸੀਂ ਵਿਦਆਊਟ ਐਨੀ ਇਨਵੇਜਨ, ਵਿਦਆਊਟ ਐਨੀ ਪ੍ਰੋਪੇਗੈਂਡਾ, ਇਹ ਹਿੰਦੁਸਤਾਨ ਦੇ ਅਧਿਆਤਮ ਨੇ, ਕੌਨਸ਼ੀਅਸਨੈਸ ਓਰੀਐਂਟੇਸ਼ਨ ਨੇ ਦੁਨੀਆ ਭਰ ਨੂੰ ਆਪਣੀ ਸੁਗੰਧੀ ਦੇ ਵਿੱਚ ਲਿਆ ਹੋਇਆ। ਜੀ। ਦੁਨੀਆ ਜਿੱਥੇ ਕਿਤੇ ਵੀ ਕੋਈ ਇੱਕ ਸਿਆਣਾ, ਡੈਡੀਕੇਟਡ, ਇੰਟੈਲੀਜੈਂਟ, ਸੈਂਸਿਟਿਵ ਵਿਅਕਤੀ ਹੈ, ਇਹਦਾ EQ, ਇਮੋਸ਼ਨੈਲਿਟੀ ਵੀ ਹੈ, ਜਿਹਨੂੰ ਪਤਾ ਹੈ ਕਿ ਇਹ ਅਧਿਆਤਮ ਕਿਆ ਹੈ ਤੇ ਬਾਹਰ ਮੁਕਤਾ ਕਿਆ ਹੈ ਤੇ ਆਤਮ, ਉਹ ਇਸ ਨੂੰ ਐਕਸੈਪਟ ਕਰ ਰਿਹਾ। ਹਾਂਜੀ। ਸੋ ਸਾਡੀ ਇਹ ਜਿਹੜੀ ਪ੍ਰੋਬਲਮ ਹੈ, ਕੋਈ ਪ੍ਰੋਬਲਮ ਹੈ ਨਹੀਂ, ਕਿਉਂਕਿ ਅਸੀਂ ਤਾਂ ਇਹ, ਮੈਂ ਤਾਂ ਇਹ ਕਹਾਂਗਾ ਕਿ ਸਾਡਾ ਭਾਰਤ ਹੈ ਇੱਕ ਇਹ ਸਰਾਪਿਆ ਹੋਈ ਧਰਤੀ ਹੈਗੀ ਆ, ਕਿਉਂਕਿ ਰਾਵਣ ਇੱਥੇ ਇੰਨੇ ਪੈਦਾ ਹੋ ਗਏ, ਨੈਗੇਟਿਵ ਫੋਰਸਿਸ ਇੱਥੇ ਇੰਨੀਆਂ ਨੇ ਜੀ, ਉਹ ਇਹ ਟੋਲਰੇਟ ਨਹੀਂ ਕਰ ਸਕਦੀਆਂ ਹੈਗੀਆਂ ਕਿ ਹੈ ਰਾਮ ਰਾਜ ਕਰ ਜਾਏਗਾ। ਇਹ ਸੱਚਾਈ, ਇਮਾਨਦਾਰੀ, ਇਹ ਅਧਿਆਤਮ ਦੇ ਓਰੀਐਂਟੇਸ਼ਨ ਜਿਹੜੀ ਹੈਗੀ ਆ, ਇਹ ਸਭ ਨੂੰ ਕਵਰ ਕਰ ਜਾਏਗੀ। ਸੋ ਇਸ ਲਈ ਇਹ ਜੋ ਕੁਝ ਵੀ ਹੋ ਰਿਹਾ, ਇਹ ਤੁਸੀਂ ਇੱਕ ਚੀਜ਼ ਨੋਟ ਕਰਕੇ ਦੇਖੋ ਭਾਰਤ ਸਾਹਿਬ। ਹਾਂਜੀ। ਕੋਈ ਦੇਸ਼ ਕ੍ਰਿਸਚਨ ਆ, ਹਾਂਜੀ, ਕੋਈ ਦੇਸ਼ ਇਸਲਾਮਿਕ ਆ ਜੀ, ਕੋਈ ਦੇਸ਼ ਬੁੱਧਿਸਟ ਆ, ਹਾਂਜੀ, ਕੋਈ ਦੇਸ਼ ਕਮਿਊਨਿਸਟ ਆ, ਹਾਂਜੀ। ਉਹ ਜਿੰਨੇ ਵੀ ਦੇਸ਼ ਹੈਗੇ ਨੇ ਉਹ ਦੂਸਰੇ ਨੂੰ ਵੜਨ ਨਹੀਂ ਦਿੰਦੇ। ਇਸਲਾਮਿਕ ਕੰਟਰੀਜ਼ ਕ੍ਰਿਸਚੀਅਨ ਨੂੰ ਨਹੀਂ ਵੜਨ ਦਿੰਦੇ, ਬਿਲਕੁਲ, ਕ੍ਰਿਸਚੀਅਨ ਕੰਟਰੀ ਇਸਲਾਮ ਨੂੰ ਨਹੀਂ ਵੜਨ ਦਿੰਦੇ, ਹਾਂਜੀ, ਕਮਿਊਨਿਸਟ ਦੋਨਾਂ ਨੂੰ ਨਹੀਂ ਵੜਨ ਦਿੰਦੇ, ਹਾਂਜੀ, ਬੁੱਧਿਸਟ ਕਿਸੇ ਨੂੰ ਵੀ ਨਹੀਂ ਵੜਨ ਦਿੰਦੇ। ਕਰ ਕਰਾ ਕੇ ਇੱਕ ਹਿੰਦੁਸਤਾਨ ਰਹਿ ਗਿਆ ਜਿਹਦੇ ਵਿੱਚ ਸਾਰੇ ਹੀ ਆ। ਹਾਂਜੀ। ਕਿਉਂ ਸਾਰੇ ਹੈ? ਪੁਆਇੰਟ ਸੋਚਣ ਵਾਲਾ ਹੈ। ਹਿੰਦੁਸਤਾਨ ਦੀ ਇਹ ਜੋ ਥੋੜਾ ਜਿਹਾ ਸਬ ਕੰਟੀਨੈਂਟ ਦਾ ਹਿੱਸਾ ਹੈ, ਇਹ ਸਾਰੇ ਵਿਅਕਤੀ ਆ ਕੇ ਇਹਨੂੰ ਆਪਣਾ ਕਰਮ ਖੇਤਰ, ਜਨਮ ਖੇਤਰ, ਹਰ ਚੀਜ਼ ਤੇ ਕਿੱਦਾਂ ਆ ਕੇ ਇੱਥੇ ਐਡਜਸਟ ਕਰ ਜਾਂਦੇ ਹੈ। ਕਿਉਂਕਿ ਸਾਡੇ ਅਧਿਆਤਮ ਦੀ, ਸਾਡੇ ਭਾਰਤੀ ਦਰਸ਼ਨ ਦੀ ਸਭ ਤੋਂ ਵੱਡੀ ਦੇਣ ਹੀ ਇਹ ਹੈ ਕਿ ਹਰ ਪ੍ਰਾਣੀ ਪਰਮਾਤਮਾ ਦਾ ਰੂਪ ਆ ਤੇ ਅਸੀਂ ਇੱਕ ਪਰਿਵਾਰ ਆ। ਹਾਂਜੀ ਹਾਂਜੀ। ਥਰੂ ਆਊਟ ਦਾ ਵਰਲਡ ਸਾਰੇ ਪ੍ਰਾਣੀ ਪਰਮਾਤਮਾ ਦਾ ਰੂਪ ਨੇ ਤੇ ਅਸੀਂ ਥਰੂ ਆਊਟ ਦਾ ਵਰਲਡ ਅਸੀਂ ਇੱਕ ਪਰਿਵਾਰ ਆ। ਐਂਡ ਧਰਮ ਇਹੀ ਚੀਜ਼ ਸਿਖਾਉਂਦਾ ਆ, ਪੀਸਫੁਲ ਕੋਐਗਜ਼ਿਸਟੈਂਸ, ਟੋਲਰੈਂਸ। ਨੁਕਸਾਨ ਅਸੀਂ ਬਹੁਤ ਉਠਾਇਆ ਇਸ ਟੋਲਰੈਂਸ ਦੇ ਨਾਲ, ਪਰ ਇਹ ਸਾਡਾ ਇੱਕ ਇਹੋ ਜਿਹਾ ਕਰੈਕਟਰ ਹੈ, ਭਾਰਤ ਦਾ ਇੱਕ ਇਹੋ ਜਿਹਾ ਕਰੈਕਟਰ ਹੈ। ਇਹਨੂੰ ਜਿੰਨੇ ਮਰਜ਼ੀ ਆ ਕੇ ਲੋਕ ਵਿਰੋਧ ਕਰ ਲੈਣ, ਇਹ ਖਤਮ ਨਹੀਂ ਹੋਵੇਗਾ। ਜੀ ਜੀ। ਤੋੜਨ ਦੀ, ਵਿਗਾੜਨ ਦੀ, ਡਿਸਟੋਰਟ ਕਰਨ ਦੀ ਬੜੀ ਪਿਛਲੇ 150-200 ਸਾਲ 'ਚ ਕੋਸ਼ਿਸ਼ ਕੀਤੀ ਗਈ। ਹਾਂਜੀ।
ਐਂਡ ਅਨਫੋਰਚੂਨੇਟਲੀ ਮੈਂ ਤਾਂ ਕਹਾਂਗਾ ਕਿ ਸਾਡੀ ਇਹ ਬਦਕਿਸਮਤੀ ਸੀਗੀ ਕਿ ਅਸੀਂ ਤੜਫ ਰਹੇ ਸੀਗੇ ਕਿ ਅਸੀਂ ਕੀ ਹਾਂ ਤੇ ਸਾਨੂੰ ਬਣਾਇਆ ਕੀ ਜਾ ਰਿਹਾ। ਉਹ ਵੱਖਰੀ ਗੱਲ ਹੈਗੀ ਆ ਕਿ ਜਿਵੇਂ ਜਿਵੇਂ ਭਾਰਤੀ ਦਰਸ਼ਨ ਦੀ ਸਮਝ ਆਉਂਦੀ ਗਈ, ਅੱਖਾਂ ਖੁੱਲਦੀਆਂ ਗਈਆਂ, ਇਸ ਅਧਿਆਤਮ ਦੀ ਸਮਝ ਆਉਂਦੀ ਗਈ, ਇਸ ਕੌਨਸ਼ੀਅਸਨੈਸ ਦੀ ਸਮਝ ਆਉਂਦੀ ਗਈ, ਅਨਕੌਨਸ਼ੀਅਸ ਸਮਝ ਆਉਂਦੀ ਗਈ, ਧਰਮ ਦੀ ਸਮਝ ਆਈ। ਹੈਰਾਨੀ ਆਉਂਦੀ ਹੈਗੀ ਆ ਕਿ ਕਾਰਲ ਮਾਰਕਸ ਵਰਗੇ ਤੇ ਵੈਸਟਰਨ ਕੰਟਰੀ ਦੇ ਤਕੜੇ ਜਿਹੜੇ ਚਿੰਤਕ ਨੇ, ਉਹ ਆ ਜਿਹੜੀਆਂ ਕਮਿਊਨਲ ਸੈਕਟਸ ਨੇ, ਉਹ ਕਮਿਊਨਲ ਸੈਕਟਸ ਨੂੰ ਧਰਮ ਸਮਝੀ ਬੈਠੇ ਆ। ਐਡੀ ਵੱਡੀ ਟ੍ਰੈਜਡੀ, ਧਰਮ ਦਾ ਤਾਂ ਆਧਾਰ ਹੀ ਪਿਆਰ ਹੈ। ਜਿਹੜਾ ਵੀ ਕੋਈ ਫਲਸਫਾ, ਜਿਹੜੀ ਵੀ ਕੋਈ ਪਾਰਟੀ, ਜਿਹੜੀ ਵੀ ਕੋਈ ਆਰਗੇਨਾਈਜੇਸ਼ਨ ਨਫ਼ਰਤ ਫੈਲਾਉਂਦੀ ਹੈ, ਧਰਮ ਸਮਾਜ ਨਫ਼ਰਤ ਬਣਦੀ ਹੈਗੀ ਆ, ਉਹਦਾ ਧਰਮ ਨਾਲ ਵਾਸਤਾ ਕੋਈ ਨਹੀਂ। ਬਿਲਕੁਲ ਕੀ ਵਾਸਤਾ ਹੋਇਆ ਕਿ ਅਗਰ ਕ੍ਰਿਸਚੀਅਨਿਟੀ ਨੇ ਸਪਰੈਡ ਕਰਨ ਵਾਸਤੇ ਫੋਰਸੀਬਲ ਕਨਵਰਸ਼ਨ ਹੋ ਰਹੀ ਹੈਗੀ ਆ, ਜਾਂ ਇਸਲਾਮ ਜਿਹੜਾ ਹੈਗਾ ਉਹ ਕਹਿੰਦਾ ਬਸ ਜਿਹਾਦ ਹੀ ਹੈ, ਬਾਕੀ ਸਾਰੇ ਕਾਫਰ ਨੇ, ਇਹਨਾਂ ਨੂੰ ਮਾਰਨ ਦੇ ਵਿੱਚ ਹੀ ਸਾਡੀ ਪੂਰੀ ਹੋ ਜਾਂਦੀ ਹੈਗੀ ਆ। ਜੀ ਇਹ ਧਰਮ ਨਾਲ ਕੋਈ ਵਾਸਤਾ ਹੈ? ਨੋ। ਧਰਮ ਦੀ ਅੰਡਰਸਟੈਂਡਿੰਗ ਅਗਰ ਕਾਰਲ ਮਾਰਕਸ ਵਰਗੇ ਬੁੱਧੀਜੀਵੀ ਚਿੰਤਕ ਨੂੰ ਨਹੀਂ ਹੋਈ ਤਾਂ ਸਧਾਰਨ ਜਨਤਾ ਨੂੰ ਕਿੱਥੇ ਹੋ ਜਾਏਗੀ? ਧਰਮ ਤਾਂ ਸਿਰਫ ਇੱਕ ਹੀ ਚੀਜ਼ ਹੈ, ਆਪਣੇ ਉਸ ਸੁਭਾਅ ਨੂੰ ਜਾਣਨਾ ਜਿਸ ਸੁਭਾਅ ਨੂੰ ਅਸੀਂ ਕੌਨਸ਼ੀਅਸਨੈਸ ਕਹਿੰਦੇ ਆ। ਜੀ ਉਹ ਸਭ ਦੇ ਵਿੱਚ ਹੈ। ਉਹ ਮੌਤ ਤੋਂ ਪਹਿਲਾਂ ਵੀ ਹੈ, ਮੌਤ ਤੋਂ ਬਾਅਦ ਵੀ ਹੈ, ਜਨਮ ਤੋਂ ਪਹਿਲਾਂ ਵੀ ਹੈ, ਮੌਤ ਤੋਂ ਬਾਅਦ ਵੀ ਹੈ, ਵਿਚਕਾਰ ਵੀ ਹੈ। ਹਾਂਜੀ, ਆਪਾਂ ਹੁਣੇ ਗੱਲ ਕਰ ਰਹੇ ਸੀਗੇ। ਹਾਂਜੀ ਹਾਂਜੀ। ਇੱਕ ਤਾਂ ਉਹ ਸੁਭਾਅ ਹੋ ਗਿਆ ਕੌਨਸ਼ੀਅਸਨੈਸ, ਉਹ ਤਾਂ ਸਦੀਵੀ ਆ। ਇੱਕ ਦੂਸਰਾ ਸ਼ਬਦ ਹੈ ਸੰਜੋਗ। ਹਾਂਜੀ, ਇਹ ਜੀਵਨ ਸੰਜੋਗ ਹੈ, ਕੋਇਨਸੀਡੈਂਸ ਹੈ ਜੀ। ਸੰਜੋਗ ਬਸ ਅਸੀਂ ਇਹ ਜੀਵਨ ਸਾਰਾ ਬਤੀਤ ਕਰਦੇ ਹਾਂ। ਇਹ ਸੰਜੋਗ ਹੈ ਕਿ ਸਾਨੂੰ ਪਰਿਵਾਰ ਦੀ ਸੰਸਥਾ ਮਿਲ ਜਾਂਦੀ ਆ, ਸੰਜੋਗ ਹੈ ਕਿ ਸਾਨੂੰ ਵੱਖਰੇ ਸੰਸਾਰ 'ਚ ਆਪਣੇ ਪ੍ਰੋਫੈਸ਼ਨਲ ਕੈਰੀਅਰ ਮਿਲ ਜਾਂਦਾ ਆ, ਸੰਜੋਗ ਬਸ ਅਸੀਂ ਪੰਨ ਦੇ ਲੋਕਾਂ ਦੇ ਸੰਪਰਕ 'ਚ ਆਉਂਦੇ ਹਾਂ, ਮੂਵਮੈਂਟ ਸੰਪਰਕ 'ਚ ਆਉਂਦੇ ਹਾਂ, ਬੜਾ ਕੁਛ ਹੈ। ਲੇਕਿਨ ਜਿਹੜਾ ਉਹ ਕੌਨਸ਼ੀਅਸਨੈਸ ਹੈ, ਜਿਹੜਾ ਮਨੁੱਖ ਦਾ ਨਿੱਜੀ ਸੁਭਾਅ ਹੈ, ਉਹ ਹਮੇਸ਼ਾ ਰਹਿੰਦਾ। ਉਹ ਪ੍ਰੋਬਲਮ ਸਿਰਫ ਇਹ ਹੈ ਕਿ ਅਸੀਂ ਉਹ ਭੁੱਲ ਜਾਂਦੇ ਹਾਂ। ਉਹ ਭੁੱਲ ਕੇ ਜੋ ਕੁਛ ਸੰਜੋਗਕ ਹੋਏ, ਜਿਹੜੇ ਸੰਪਰਕ 'ਚ ਆਉਂਦੇ, ਉਹਨੂੰ ਅਸੀਂ ਅਸਲੀ ਲਾਈਫ ਸਮਝ ਲੈਂਦੇ ਹਾਂ। ਉਹ ਅਸਲੀ ਲਾਈਫ ਨਹੀਂ ਹੁੰਦੀ। ਹੁਣ ਸੰਜੋਗ ਵਸ ਹੋਇਆ ਵਿਅਕਤੀ ਮਨ ਤੇ ਸਰੀਰ ਦਾ ਤੋਂ ਪਰੇ ਨਹੀਂ ਜਾਂਦਾ। ਮਨ ਸਰੀਰ ਮੀਨਸ ਸਰੀਰ ਤੱਕ ਸੀਮਿਤ ਹੋਣਾ ਇੱਕ ਇਹੋ ਜਿਹਾ ਖਤਰਨਾਕ ਵਰਤਾਰਾ ਆ। ਸਰੀਰ ਤੱਕ ਸੀਮਿਤ ਹੋਣਾ ਮੀਨਸ ਮੈਟਰ ਤੱਕ ਸੀਮਿਤ ਹੋਣਾ। ਜੀ। ਇਸ ਵੇਲੇ ਥਰੂ ਦਾ ਵਰਲਡ ਇੱਕੋ ਇੱਕ ਹੀ ਦੌੜ ਹੈ, ਮਟੀਰੀਅਲ ਡਿਵੈਲਪਮੈਂਟ, ਮਟੀਰੀਅਲ ਪ੍ਰੋਸਪੈਰਿਟੀ, ਮਟੀਰੀਅਲ ਪ੍ਰੋਸਪੈਰਿਟੀ, ਮਟੀਰੀਅਲ ਪ੍ਰੋਸਪੈਰਿਟੀ। ਜੀ। 2-4 ਰੋਟੀਆਂ, ਦਾਲ ਸਬਜ਼ੀ ਨਾਲ ਤੇ 5-6 ਫੁੱਟ ਦੇ ਮੰਜੇ ਦੇ ਨਾਲ ਜੀਵਨ ਬਤੀਤ ਬੜਾ ਸੋਹਣਾ ਹੋ ਜਾਂਦਾ ਛੋਟੇ ਜਿਹੇ ਕਮਰੇ 'ਚ। ਪਰ ਇਹ ਮਟੀਰੀਅਲ ਪ੍ਰੋਸਪੈਰਿਟੀ ਦੀ ਹੰਕਾਰ ਪੂਰਤੀ ਦੀ ਹੋੜ ਇਹ ਕਿਤੇ ਕੁਛ ਵੀ ਪੂਰਾ ਨਹੀਂ ਹੋਣ ਦਿੰਦੀ। ਮੈਂ 1 ਮਿੰਟ ਥੋੜਾ ਜਿਹਾ ਹੋਰ ਤੁਹਾਡਾ ਲੈਣਾ ਚਾਹਾਂਗਾ। ਹਾਂਜੀ। ਇੱਕ ਵਾਰੀ ਮੈਂ ਆਪਣੇ ਇੱਕ ਫੌਜੀ ਮਿੱਤਰ ਨੂੰ ਪੁੱਛਿਆ ਕਿ ਮੇਜਰ ਸਾਹਿਬ ਕਿੱਥੋਂ ਆ ਰਹੇ ਹੋ? ਕਹਿੰਦਾ ਭਈਆ ਆਹ ਸਾਬਕਾ ਫੌਜੀਆਂ ਦੀ ਰੈਲੀ ਸੀਗੀ, ਇੱਕ ਰੈਂਕ ਇੱਕ ਪੈਨਸ਼ਨ ਦੇ ਵਾਸਤੇ, ਤੇ ਉਹਦੇ ਵਾਸਤੇ ਧਰਨਾ ਦੇ ਕੇ ਆਏ ਆ। ਮੈਂ ਪਹਿਲਾਂ ਕਿੰਨੀ ਪੈਨਸ਼ਨ ਮਿਲਦੀ ਆ? ਕਹਿੰਦਾ ਪੈਨਸ਼ਨ ਹੈਗੀ 60-70 ਹਜ਼ਾਰ ਹੈਗੀ ਆ। ਮੈਂ ਬਾਕੀ ਫੈਸਿਲਿਟੀਜ਼ ਵੀ ਹੈਗੀਆਂ, ਡਾਕਟਰੀ ਫ੍ਰੀ, ਕੰਟੀਨ ਦੇ ਵਿੱਚ ਵੀ ਸਸਤਾ ਮਾਲ, ਸਭ ਕੁਝ ਇੰਨੀਆਂ ਸਾਨੂੰ ਫੈਸਿਲਿਟੀਜ਼ ਨੇ। ਤੇ ਹੁਣ ਇਹ 70-75 ਸਾਲ ਦੀ ਉਮਰ, 80 ਸਾਲ ਦੀ ਉਮਰ ਦੇ ਵਿੱਚ ਰੋਜ਼ ਦਾ ਕਿੰਨਾ ਕੁ ਖਰਚਾ ਆ, ਮਹੀਨੇ ਦਾ ਕਿੰਨਾ ਖਰਚਾ ਆ, ਕਦੇ ਦਿਮਾਗ ਵਿੱਚ ਨਹੀਂ ਆਉਂਦਾ ਕਿ ਜਿਹੜੇ ਪੈਸੇ ਮੈਂ FD ਕਰਾ ਰਿਹਾ ਜਾਂ ਮੈਂ ਜਮ੍ਹਾਂ ਕਰਾ ਰਿਹਾ ਜਾਂ ਆਪਣੀ ਔਲਾਦ ਵਾਸਤੇ ਰੱਖ ਰਿਹਾ, ਇਹ ਮੈਂ ਰਾਸ਼ਟਰ ਹਿੱਤ ਵਾਸਤੇ ਇਹਨਾਂ ਨੂੰ ਦੇ ਦੇਵਾਂ? ਕਦੇ ਦਾਨ ਕਰਨ ਬਾਰੇ ਸੋਚਿਆ ਨਾ ਬਾਰੇ? ਨਹੀਂ। ਅਸੀਂ ਹੜਤਾਲ ਕਰਾਂਗੇ ਕਿ ਸਾਡੀ ਜਿਹੜੀ ਪੈਨਸ਼ਨ ਆ ਉਹ 60,000 ਤੋਂ ਵਧਾ ਕੇ ਲੱਖ ਕਰਤੀ ਜਾਵੇ। ਉਹ ਮੈਨੂੰ ਮੋਹਰੋਂ ਕਹਿੰਦਾ ਤੂੰ ਸਾਡਾ ਡਿਫੈਂਸ ਮਿਨਿਸਟਰ ਲੱਗਾ ਆ? ਕਿਆ ਹੈ ਇਹ? ਫੋਰਨ ਕੰਟਰੀ 'ਚ ਬੈਠੇ ਨੇ ਪੰਜਾਬ ਦੇ ਜੱਟ ਸਿੱਖ, ਜ਼ਮੀਨਾਂ ਪੰਜਾਬ 'ਚ ਨੇ, ਉਹ ਠੇਕੇ 'ਤੇ ਦਿੱਤੀਆਂ ਹੋਈਆਂ। ਅੱਧੀਆਂ ਜ਼ਮੀਨਾਂ ਉਹਨਾਂ ਦੀਆਂ ਆਪਣੇ ਰਿਸ਼ਤੇਦਾਰਾਂ ਨੇ ਨੱਪੀਆਂ ਹੋਈਆਂ। ਬਿਲਕੁਲ ਠੀਕ ਹੈ। ਉਹ ਤਾਂ ਉਹਨਾਂ ਕੋਲ ਛੁਡਾ ਨਹੀਂ ਸਕਦੇ। ਇੱਕ ਨਵਾਂ ਸਲੋਗਨ ਦੇ ਦਿੱਤਾ ਕਿ ਨਵੇਂ ਐਗਰੀਕਲਚਰ ਲਾਜ਼ ਦੇ ਵਿੱਚ ਆ ਤੁਹਾਡੀਆਂ ਜ਼ਮੀਨਾਂ ਖੁੱਸ ਜਾਣੀਆਂ। ਚਲੋ ਵੀ ਤੁਸੀਂ ਇੱਥੇ ਫੋਰਨ ਕੰਟਰੀ 'ਚ ਬੈਠੇ ਭੁੱਖੇ ਮਰਦੇ ਹੋ। ਜਿਹੜੇ ਵੱਡੇ ਵੱਡੇ ਅਫਸਰ ਨੇ ਉਹ ਕੋਈ ਚੰਡੀਗੜ੍ਹ ਬੈਠਾ, ਕੋਈ ਮੋਹਾਲੀ ਬੈਠਾ, ਕੋਈ ਦਿੱਲੀ ਸੈਟਲ ਹੋਇਆ।
ਜ਼ਮੀਨਾਂ ਉਹਨਾਂ ਦੀਆਂ ਆਪਣੇ ਬਥੇਰੀਆਂ ਬਣਾ ਲਈਆਂ, ਕਈਆਂ ਨੂੰ ਕਰਪਸ਼ਨ ਕਰਕੇ ਬਣਾ ਲਈਆਂ, ਜਿਵੇਂ ਵੀ ਬਣਾਈਆਂ। ਹਾਂਜੀ। ਮਟੀਰੀਅਲ ਦੌੜ ਦੇ ਵਿੱਚ ਕਿਤੇ ਸਮਝ ਨਹੀਂ ਆਉਂਦੀ ਕਿ ਵਾਟਸ ਦਾ ਡਿਫਰੈਂਸ ਬਿਟਵੀਨ ਨੀਡ ਐਂਡ ਗਰੀਡ। ਗਰੀਡ ਇੱਕ ਇਹੋ ਜਿਹਾ ਫੈਨੋਮਨਾ ਬਣ ਗਿਆ ਇਸ ਲਾਈਫ ਦਾ ਕਿ ਕੋਈ ਵਿਅਕਤੀ ਤੁਹਾਨੂੰ ਪੈਸੇ ਦੇ ਦੇਵੇ ਕਿ ਲੈ ਮੈਂ ਤੈਨੂੰ 1 ਕਰੋੜ ਰੁਪਈਆ ਦਿੱਤਾ, ਤੂੰ ਜਾ ਕੇ ਆ ਗੰਦ ਘੋਲ, ਮੇਰਾ ਮਕਸਦ ਪੂਰਾ ਕਰ ਦੇ। ਵੈਸਟ ਖੜਾ ਇਸ ਚੀਜ਼ ਉੱਪਰ ਹੈ ਕਿ ਇਸ ਤਰੀਕੇ ਦੇ ਨਾਲ ਇਹੋ ਜਿਹੇ ਏਜੰਟ ਕ੍ਰੀਏਟ ਕਰੋ। ਹੁਣ ਮੈਨੂੰ ਏਜੰਟ ਤੋਂ ਵੀ ਗੱਲਬਾਤ ਯਾਦ ਆ ਗਈ, ਫਿਰ ਡਿਸਕਸ਼ਨ ਫਿਰ ਲੰਬੀ ਹੋ ਜਾਂਦੀ ਹੈਗੀ ਹੈ, ਪਰ ਇਹ ਸਹਿਜ ਹੈ ਇਹ। ਨਹੀਂ ਕੋਈ ਗੱਲ ਨਹੀਂ, 5-7 ਮਿੰਟ ਹੈਗੇ ਆਪਣੇ। ਹਾਂਜੀ, ਉਹ ਕੀ ਮੈਨੂੰ ਏਜੰਟ ਤੋਂ ਗੱਲ ਯਾਦ ਆਈ, ਇਹ 'ਚ ਕੋਈ ਸ਼ੱਕ ਨਹੀਂ। ਆਪਾਂ ਪਿਛਲੀ ਐਪੀਸੋਡ 'ਚ ਗੱਲ ਕੀਤੀ ਸੀਗੀ ਕਿ ਅਸੀਂ ਸਾਰੇ ਪਰਮਾਤਮਾ ਦੇ ਏਜੰਟ ਆ ਜੀ। ਉਹਦੀਆਂ ਪੁਤਲੀਆਂ ਅਸੀਂ ਹੈਗੇ ਆ, ਉਹ ਨਚਾ ਰਿਹਾ, ਅਸੀਂ ਨੱਚ ਰਹੇ ਆ। ਸੋ ਅਸਲੀ ਏਜੰਟ ਅਸੀਂ ਪਰਮਾਤਮਾ ਦੇ ਹੀ ਹਾਂ। ਪਰ ਪਰਮਾਤਮਾ ਦਾ ਏਜੰਟ ਬਣਨਾ ਅਸੀਂ ਭੁੱਲ ਗਏ, ਛੱਡ ਨਹੀਂ ਸਕਦੇ ਭੁੱਲ ਜਾਂਦਾ। ਇਹ ਫਾਰਗੇਟਫੁਲਨੈਸ ਹੀ ਸਾਡੀ ਅਨਕੰਸ਼ੀਅਸਨੈਸ ਹੈ। ਅਸੀਂ ਏਜੰਟ ਦੁਨਿਆਵੀ ਲੋਕਾਂ ਦੇ ਬਣ ਗਏ, ਸੰਸਾਰਿਕ ਐਂਡ ਪਦਾਰਥਿਕ ਐਂਡ ਦੁਨਿਆਵੀ ਫਨੋਮਨਾ ਦੇ, ਉਹਨਾਂ ਦੇ ਅਸੀਂ ਏਜੰਟ ਬਣ ਗਏ। ਠੀਕ ਰਹਿਣਾ ਅਸੀਂ ਏਜੰਟ ਹੀ ਆ। ਜਦੋਂ ਅਸੀਂ ਦੁਨਿਆਵੀ ਲੋਕਾਂ ਦੇ ਏਜੰਟ ਬਣ ਜਾਂਦੇ ਆ ਤਾਂ ਅਸੀਂ ਅਧਰਮ ਨੂੰ ਫੋਲੋ ਕਰਦੇ ਆ। ਉਹਨੂੰ ਸਮਝ ਆਈਏ ਤੇ ਪਰਮਾਤਮਾ ਦੇ ਏਜੰਟ ਬਣ ਜਾਈਏ ਤੇ ਅਸੀਂ ਧਾਰਮਿਕ ਹੋ ਜਾਂਦੇ ਆ। ਆ ਜੋ ਕੁਛ ਇੰਟਰਨੈਸ਼ਨਲੀ ਹੋਇਆ, ਬੜਾ ਹਾਸਾ ਵੀ ਆਉਂਦਾ। ਪਹਿਲਾਂ ਤਾਂ ਹਾਸਾ ਮੈਨੂੰ ਇਹ ਆਉਂਦਾ ਸੀਗਾ ਕਿ ਇਹ ਫਾਰਮਰ ਦੀ ਐਜੀਟੇਸ਼ਨ ਕਿਸ ਮੁੱਦੇ ਉੱਪਰ ਹੋ ਰਹੀ ਆ। ਮੁੱਦਾ ਹੀ ਨਹੀਂ ਹੈ, ਜਾਂ ਤਾਂ ਕੋਈ ਮੁੱਦਾ ਹੋਵੇ ਨਾ। ਐਂਡ ਸੈਕੰਡਲੀ, ਜੇ ਉਹ ਕਿਸਾਨ ਦੀ ਬਿਹਤਰੀ ਵਾਸਤੇ ਮੁੱਦਾ ਲਿਆਂਦਾ ਗਿਆ ਤਾਂ ਉਹਨੂੰ ਇੰਪਲੀਮੈਂਟ ਤਾਂ ਹੋਣ ਦਿਓ। ਜੇ ਉਹਦਾ ਕੋਈ ਨੁਕਸਾਨ ਹੋਊਗਾ ਤਾਂ ਆਪਾਂ ਸ਼ਹੀਦੀਆਂ ਪਾਲਵਾਂਗੇ। ਪਰ ਜਿਹੜਾ ਮੁੱਦਾ ਹੀ ਨਹੀਂ ਹੈਗਾ, ਉਹਦੇ ਉੱਪਰ ਥਰੂ ਆਊਟ ਦਾ ਵਰਲਡ ਇਤਨਾ ਵਾਹ ਵੇਲਾ ਖੜਾ ਕਰਤਾ ਗਿਆ ਕਿ ਜਿਨ੍ਹਾਂ ਲੋਕਾਂ ਨੂੰ ਅਸੀਂ ਸੈਲੀਬ੍ਰਿਟੀ ਕਹਿੰਦੇ ਹੈਗੇ ਆ, ਉਹਨਾਂ ਨੂੰ ਇਹ ਵੀ ਸੀ ਨਹੀਂ ਪਤਾ ਕਿ ਖੇਤੀਬਾੜੀ ਕੀ ਹੁੰਦੀ ਆ, ਫਾਰਮਰ ਕਹਿੰਦੇ ਕਿਹਨੂੰ ਆ। ਉਹ ਜਿਹੜੇ ਲੋਕ ਪਹਾੜੇ ਦੇ ਟੱਟੂ ਨੇ, ਖੁਦ ਉਹ ਚਾਹੇ ਫਿਲਮੀ ਐਕਟਰ ਨੇ ਤੇ ਚਾਹੇ ਦੂਜੇ ਤੀਜੇ ਨੇ, ਪੈਸਾ ਸਿੱਟੋ ਇਹਨਾਂ ਪਾਸੋਂ, ਜੋ ਕੁਝ ਮਰਜ਼ੀ ਕਰਾ ਲਓ, ਫੇਵਰ 'ਚ ਬੁਲਾ ਲਓ, ਅਗੇਂਸਟ ਬੁਲਾ ਲਓ, ਪੈਸਾ ਸਿੱਟੋ। ਸੋ ਇਸ ਲਈ ਇਹ ਜੋ ਕੁਝ ਵੀ ਅਸੀਂ ਦੇਖ ਰਹੇ ਹੈਗੇ ਆ, ਇਹ ਮੈਂ ਬਾਰ-ਬਾਰ ਕਹਿਣਾ, ਇਹ ਇੱਕ ਆਈਡੀਓਲੋਜੀਕਲ ਵਾਰ ਜਾਂ ਇੱਕ ਸਿਵਲਾਈਜੇਸ਼ਨਲ ਵਾਰ ਹੈ, ਜਿਹਦੇ ਵਿੱਚ ਇੱਕ ਪਾਸੇ ਸਾਡਾ ਭਾਰਤ ਦਾ ਕੌਨਸ਼ੀਅਸਨੈਸ ਓਰੀਐਂਟਡ ਵਿਚਾਰਧਾਰਾ ਹੈ, ਹਾਂਜੀ, ਤੇ ਦੂਸਰੇ ਪਾਸੇ ਮਟੀਰੀਅਲ ਓਰੀਐਂਟਡ ਕਲਚਰ ਹੈ। ਹਾਂਜੀ, ਹੁਣ ਮੈਂ ਵਿਚਾਰਧਾਰਾ ਨਹੀਂ ਕਹਾਂਗਾ ਕਿਉਂਕਿ ਬਦਲਦੀ ਰਹਿੰਦੀ ਉਹ, ਲੇਕਿਨ ਜਿਹੜੀ ਕੌਨਸ਼ੀਅਸਨੈਸ ਹੈ ਇਹ ਤਾਂ ਸਦੀਵ ਹੀ ਹੈ, ਇਟਰਨਲ ਹੈ ਨੇ। ਇਹਦੇ ਵਿੱਚ ਕੋਈ ਬਦਲਾਅ ਨਹੀਂ ਆਉਣਾ। ਇਹਦੀ ਰੀਅਲਾਈਜੇਸ਼ਨ ਦੇ ਨਾਲ ਹੀ, ਇਹਦੀ ਅਨੁਭੂਤੀ ਨਾਲ ਹੀ ਸਾਨੂੰ ਅਕਲ ਆਉਣੀ ਆ, ਸਾਨੂੰ ਸਮਝ ਆਉਣੀ ਹੈਗੀ ਹੈ ਕਿ ਉਹ ਬੇਸਿਕਲੀ ਤਾਂ ਅਸੀਂ ਯਾਰ ਨਾਨਕ ਦੇ ਹੁਕਮ ਮੁਤਾਬਕ ਉਹਦੇ ਏਜੰਟ ਸੀਗੇ, ਤੇ ਅਸੀਂ ਏਜੰਟ ਕਿਹਦੇ ਬਣ ਗਏ। ਸੋ ਆਪਣਾ ਜਿਹੜਾ ਇਹ ਟੌਪਿਕ ਹੈ ਅਧਿਆਤਮਿਕਤਾ ਵੱਲੋਂ, ਅਸੀਂ ਉਹਦਾ ਬੇਸ ਧਰਮ ਤੇ ਅਧਰਮ ਹੀ ਰੱਖਾਂਗੇ। ਅਗਰ ਇਹ ਮੈਨਕਾਈਂਡ ਦੇ ਵਿੱਚ ਥੋੜ੍ਹੀ ਬਹੁਤੀ ਵੀ ਅਸੀਂ ਥੋੜ੍ਹੀ ਜਿਹੀ ਧਰਮ ਦੀ, ਪਿਆਰ ਦੀ, ਕਰੁਣਾ ਦੀ, ਇਸ ਪ੍ਰਗਿਆ ਦੀ, ਗਿਆਨ ਦੀ ਥੋੜ੍ਹੀ ਜਿਹੀ ਵੀ ਜੋਤ ਜਗਾਉਣ 'ਚ ਕਾਬਲ ਹੋ ਗਏ ਤਾਂ ਸਮਝਾਂਗੇ ਕਿ ਥੋੜ੍ਹਾ ਜਿਹਾ ਬਹੁਤਾ ਸਮਾਜਵਾਦ ਸੁੰਦਰ ਬਣਾਉਣ ਲਈ ਅਸੀਂ ਕੁਝ ਕੰਟਰੀਬਿਊਟ ਕੀਤਾ। ਇੱਕ ਦੋ ਡਾਕਟਰ ਸਾਹਿਬ, ਮੈਂ 2-3 ਮਿੰਟ ਆਪਣੇ ਪਏ ਆ ਜੇ। ਹਾਂਜੀ, ਦੇਖੋ, ਦੁਨੀਆ, ਭਾਰਤ ਦਾ ਅਧਿਆਤਮਵਾਦ ਵੀ ਬੜਾ ਸਟਰੋਂਗ ਹੈਗਾ, ਪਰ ਅਸੀਂ ਜਿਹੜਾ ਪੰਜਾਬ ਦੀ ਗੱਲ ਕਰੀਏ ਤਾਂ ਅਸੀਂ ਜਿਹੜੀ ਮਟੀਰੀਅਲ ਲਿਟਰੇਸੀ ਵਿੱਚ ਸਾਡਾ ਪੰਜਾਬ ਬਹੁਤ ਪਿਛੜਿਆ ਹੈਗਾ। ਇਹ ਬੈਲੈਂਸ ਕਿਵੇਂ ਹੋਵੇ? ਨਹੀਂ, ਦੇਖੋ, ਮਟੀਰੀਅਲ ਡਿਵੈਲਪਮੈਂਟ ਨੂੰ ਅਸੀਂ ਸਿਰਫ ਲਿਆ ਹੈਗਾ ਪੈਸੇ ਦੀ ਬਹੁਲਤਾ ਤੱਕ। ਹਾਂਜੀ, ਜਦੋਂ ਤੱਕ ਪੰਜਾਬ ਦੀ ਇਕਨੋਮੀ ਦਾ ਸੰਬੰਧ ਹੈ, ਜਾਂ ਕਹਿ ਲਈਏ ਕਿ ਇੰਡਸਟਰੀ ਹੋ ਗਈ, ਇੰਡਸਟਰੀਅਲ ਡਿਵੈਲਪਮੈਂਟ ਕਹਿ ਲਈਏ, ਜਾਂ ਐਜੂਕੇਸ਼ਨ ਡਿਵੈਲਪਮੈਂਟ ਕਹਿ ਲਈਏ, ਜਾਂ ਇੰਟੈਲੈਕਚੁਅਲ ਡਿਵੈਲਪਮੈਂਟ ਕਹਿ ਲਈਏ, ਉਹਦੇ ਵਿੱਚ ਤਾਂ ਅਸੀਂ ਪੰਜਾਬ ਪਿਛੜਿਆ ਹੋਇਆ। ਹਾਂਜੀ, ਲੇਕਿਨ ਜਿੱਥੇ ਇਹ ਪੈਸਾ ਆ ਗਿਆ, ਪੈਸਾ ਚਾਹੇ ਫੋਰਨ ਕੰਟਰੀ ਤੋਂ ਫੰਡਡ ਹੈ ਜਾਂ ਕਿਸੇ ਹੋਰ ਅਸੀਂ ਮਿਹਨਤ ਕੀਤੀ ਹੈਗੀ ਆ, ਜਾਂ ਜਿਸ ਤਰੀਕੇ ਨਾਲ ਹੀ ਪੰਜਾਬ ਕੋਲ ਪੈਸਾ ਹੈ, ਇਹਦੀ ਜਿਹੜੀ ਇਸੇ ਹੀ ਇੱਕ ਪੈਸੇ ਦੀ ਦੌੜ ਨੇ ਇਹਨਾਂ ਨੂੰ ਨਾ ਤਾਂ ਇੰਟੈਲੈਕਚੁਅਲੀ ਇਵੋਲਵ ਹੋਣ ਦਿੱਤਾ, ਨਾ ਲਿਟਰੇਚਰ ਪੱਖੋਂ ਇਵੋਲਵ ਹੋਣ ਦਿੱਤਾ।
ਪਿਛਲੀ ਵਾਰ ਆਪਾਂ ਇਸ ਚੀਜ਼ ਦੇ ਉੱਪਰ ਲਿਆ ਸੀਗਾ ਬਿਲਕੁਲ ਠੀਕ ਹੈ ਕਿ ਕਿਸ ਤਰੀਕੇ ਨਾਲ ਪੰਜਾਬ ਦੀ ਜਿਹੜੀ ਇਹ ਲਿਟਰੇਰੀ ਬੈਕਵਰਡਨੈਸ, ਐਜੂਕੇਸ਼ਨਲ ਬੈਕਵਰਡਨੈਸ ਹੈ, ਉਹ ਇੱਕ ਇਹੋ ਜਿਹੀ ਹੈ ਕਿ ਉਹ ਜਿਹੜੀਆਂ ਆਪਾਂ ਗੱਲਾਂ ਕਰਦੇ ਆ ਇਹ ਉਹਨਾਂ ਦੇ ਖਾਨੇ ਪੈਣ ਦੇਵੇਗੀ ਨਹੀਂ। ਠੀਕ ਠੀਕ। ਸੋ ਗੱਲਬਾਤ ਆ, ਮੈਂ ਤਾਂ ਇੱਕ ਬਾਰ-ਬਾਰ ਕਹਿਣਾ ਹੈ ਨਾ ਪੰਜਾਬ ਦੇ ਵਿੱਚ ਜਿੱਥੇ ਕਿਤੇ ਮੈਨੂੰ ਮੌਕਾ ਮਿਲੇ ਕਿ ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ। ਕਿਆ ਹੈ? ਉਸ ਨਿਜਤੀ ਦਾ ਹੁਕਮ ਆ, ਆਲਮਾਈਟੀ ਦਾ ਹੁਕਮ ਆ, ਅਸੀਂ ਉਹਦੇ ਏਜੰਟ ਆ। ਉਹ ਤਾਂ ਸਾਨੂੰ ਭੁੱਲ ਗਿਆ। ਨਾਨਕ ਹੁਕਮੇ ਜੇ ਬੁਝੇ ਤਾਂ ਹਉਮੈ ਕਹਿਣਾ ਕੋਈ। ਹਾਂਜੀ, ਆ ਜੋ ਕੋ ਸਾਰੀ ਪੁਆੜੇ ਦੀ ਜੜ ਆ ਉਹ ਹਉਮੈ ਦੀ ਆ। ਹਉਮੈ ਨਿਕਲਦਾ ਹੀਣ ਭਾਵਨਾ ਚੋਂ ਕਿ ਹੈ ਇਹ ਹਿੰਦੁਸਤਾਨ ਕੋਲ ਇੱਕ ਇਹੋ ਜਿਹੀ ਵਿਚਾਰਧਾਰਾ ਹੈ। ਇਹ ਸਭ ਨੂੰ ਇਹ ਯੋਗ ਐਂਡ ਪ੍ਰਾਣਾਯਾਮ ਤੇ ਧਿਆਨ ਤੇ ਮੈਡੀਟੇਸ਼ਨ ਤੇ ਇਹ ਭਗਤੀ ਪ੍ਰੇਮ ਮਗਰ ਲਈ ਜਾਂਦੇ ਨੇ। ਹੁਣ ਸਿੱਖੀ ਹੈ ਕੀ? ਸਿੱਖੀ ਦੀ ਬੁਨਿਆਦ ਹੈ ਪ੍ਰੇਮ ਭਗਤੀ। ਪ੍ਰੇਮ ਭਗਤੀ ਨਾਲ ਜੁੜਿਆ ਹੋਇਆ ਸਾਡਾ ਸੰਗੀਤ ਹੈ। ਕੱਲ ਮੈਂ ਜ਼ਿਕਰ ਕੀਤਾ ਸੀ ਸਾਮਵੇਦ ਦਾ, ਜਿਹੜੀ ਕਿ ਸਾਡੀ ਮਿਊਜ਼ਿਕ ਦੀ ਬੁੱਕ ਹੈ। ਜੀ। ਗੁਰੂ ਗ੍ਰੰਥ ਸਾਹਿਬ ਸਾਮਵੇਦ ਹੀ ਹੈ। ਗੁਰੂ ਗ੍ਰੰਥ ਸਾਹਿਬ ਇੱਕ ਸੰਗੀਤ ਦਾ ਗ੍ਰੰਥ ਹੈ। ਲੇਕਿਨ ਅਸੀਂ ਇਹ ਸੰਗੀਤ ਵਿੱਚੋਂ ਕਿਤਨੀ ਕੋਮਲ ਕਲਾ ਨੂੰ ਅਸੀਂ ਸਿੱਖਿਆ। ਅਗਰ ਕਿਸੇ ਨੇ ਸਿੱਖ ਵੀ ਲਿਆ, ਕਿੱਡੀ ਵੱਡੀ ਟ੍ਰੈਜਡੀ ਹੈਗੀ ਆ। ਉਸ ਕੋਮਲ ਕਲਾ ਨੂੰ ਵੇਚ ਕੇ ਵਪਾਰ ਬਣਾ ਲਿਆ ਉਹਨੇ। ਅਗਰ ਕਿਸੇ ਵਿਅਕਤੀ ਨੂੰ ਗਾਣਾ ਵਜਾਉਣਾ ਆਉਂਦਾ ਜਾਂ ਕਲਾਸੀਕਲ ਜਾਂ ਕਿਸੇ ਪ੍ਰਕਾਰ ਦਾ ਵੀ ਟੈਲੈਂਟ ਪ੍ਰਭੂ ਨੇ ਦਿੱਤਾ ਤੇ ਇਹਨੂੰ ਵੇਚ ਕੇ ਰੋਟੀ ਥੋੜ੍ਹੀ ਖਾਣੀ ਆ। ਇਸ ਕੋਮਲ ਕਲਾ ਨੂੰ ਇੱਕ ਟੈਕਨੀਕ ਬਣਾ ਕੇ ਜਿੱਦਾਂ ਨਾਨਕ ਨੇ ਉਸ ਆਲਮਾਈਟੀ ਨੂੰ ਪਾ ਲਿਆ, ਅਸੀਂ ਉਹਨੂੰ ਪਾਉਣਾ ਆ। ਲੇਕਿਨ ਹੈਰਾਨੀ ਹੁੰਦੀ ਹੈਗੀ ਕਿ ਟੋਟਲ ਮੀਡੀਆ ਦੇ ਵਿੱਚ ਵੱਡੇ ਤੋਂ ਵੱਡੇ ਸਿੰਗਰ, ਮਹਾਨ ਜਿਹੜੇ ਸਿੰਗਰ ਨੇ, ਉਹਨਾਂ ਦੇ ਮੋਹਰੇ ਸਰੋਤੇ ਆ ਕਿ ਸਰੋਤੇ ਮੇਰੇ ਗੀਤ ਤੋਂ ਪ੍ਰਭਾਵਿਤ ਹੁੰਦੇ ਕਿ ਨਹੀਂ ਹੁੰਦੇ। ਆਪਣਾ ਤਾਂ ਉਹਨੂੰ ਭੁੱਲ ਹੀ ਗਿਆ। ਟੈਕਨੀਕ ਮਿਲੀ ਸੀਗੀ ਕਿ ਤੁਸੀਂ ਉਹ ਜਿਹਨੂੰ ਭੁੱਲ ਗਏ ਉਹਨੂੰ ਅਸੀਂ ਜਾਣ ਜਾਈਏ। ਲੇਕਿਨ ਪੈਸਾ ਕਹਿੰਦਾ ਕਿ ਨਹੀਂ। ਮੈਨੂੰ ਬੜੀ ਭਾਸ਼ਾ ਹੈਰਾਨੀ ਆਉਂਦੀ ਹੈਗੀ ਆ। ਕੋਈ ਦੱਸਦੇ ਕਲਕੱਤੇ ਦੀ ਇੱਕ ਸਟੇਜ ਦੇ ਉੱਪਰ ਉਹ ਕਿਹੜਾ ਸੀ ਆਪਣਾ ਸ਼ਨਾਈ ਵਾਦਨ ਤੇ ਨਾਲ ਇੱਕ ਹੋਰ ਕੋਈ ਸੀਗਾ, ਇਹ ਸਟੇਜ ਤੇ 200 ਰੁਪਏ ਪਿੱਛੇ ਲੜ ਪਏ। ਬਹੁਤ ਸਾਰੇ ਸਿੰਗਰ ਇਦਾਂ ਲੜਦੇ ਪੈਂਦੇ। ਮੈਨੂੰ ਪੈਸੇ ਘੱਟ ਮਿਲਿਆ ਜੀ। ਉਹ ਜਿਹੜਾ ਸੰਗੀਤ ਹੈ ਉਹਨੂੰ ਤੁਸੀਂ ਐਜ਼ ਏ ਟੈਕਨੀਕ ਵਰਤ ਕੇ ਅਗਰ ਪਰਮਾਤਮਾ ਦੇ ਮਿਲਾਪ ਦਾ ਵਸੀਲਾ ਨਹੀਂ ਬਣਾ ਸਕਦੇ ਐਂਡ ਉਹਨੂੰ ਤੁਸੀਂ ਬਣਾ ਰਹੇ ਹੋ ਕਿ ਮੈਨੂੰ ਕਰੋੜਾਂ ਰੁਪਈਏ ਮਿਲ ਜਾਣ। ਮੈਂ ਤਾਂ ਇਹਦਾ ਮੈਂਸ਼ਨ ਕੀਤਾ। ਅੱਜ ਕੱਲ੍ਹ ਦੇ ਜਿਹੜੇ ਇੰਟਰਨੈਸ਼ਨਲ ਰੈਮੀਫਿਕੇਸ਼ਨ ਤੁਸੀਂ ਕਹਿੰਦੇ ਹੋ ਨਾ, ਇਹਦੇ ਵਿੱਚ 2-3 ਬੰਦੇ ਇਹੋ ਜਿਹੇ ਨੇ ਜਿਹੜੇ ਕਿ ਮਿਊਜ਼ਿਕ ਦੇ ਨਾਲ ਜੁੜੇ ਹੋਏ ਨੇ ਐਨ ਉਹਨਾਂ ਪਾਸ ਕਰੋੜਾਂ ਰੁਪਏ ਨੇ। ਕਰੋੜਾਂ ਰੁਪਏ ਦੇ ਵਿੱਚ ਬੜਾ ਕੁਝ ਹੋਰ ਵੀ ਕਰੋੜਾਂ ਰੁਪਏ ਲੈ ਲੈਣਗੇ। ਪਰਮਾਤਮਾ ਨਾਲ ਮਿਲਾਪ ਨਹੀਂ ਹੋਵੇਗਾ। ਬਿਲਕੁਲ ਕਾਂਸ਼ੀਅਸ ਨਹੀਂ ਹੋਣਗੇ। ਉਹਨਾਂ ਨੂੰ ਜਿਹੜੀ ਭਾਰਤ ਦੀ ਇਹ ਕਾਂਸ਼ੀਅਸਨੈਸ ਓਰੀਐਂਟਡ ਵਿਚਾਰਧਾਰਾ ਹੈ ਇਹਦੀ ਸਮਝ ਨਹੀਂ ਆਏਗੀ। ਚਲੋ ਡਾਕਟਰ ਸਾਹਿਬ, ਤੁਸੀਂ ਬਹੁਤ ਵਧੀਆ ਵਿਚਾਰ ਦੱਸੇ ਹੈਗੇ ਆ। ਸਾਰੇ ਇਸ ਸਟਰਗਲ ਨੂੰ ਅਧਿਆਤਮ ਨਾਲ ਜੋੜ ਕੇ ਐਕਸਪਲੇਨ ਕਰਨ ਦੀ ਕੋਸ਼ਿਸ਼ ਕੀਤੀ ਆ। ਅਗਾਂਹ ਵੀ ਅਸੀਂ ਅਗਲਾ ਐਪੀਸੋਡ ਇਸ ਤਰ੍ਹਾਂ ਲੈ ਕੇ ਆਉਂਦੇ ਰਹਾਂਗੇ। ਤੁਸੀਂ ਸਾਡੇ ਨਾਲ जुड़े, बहुत बहुत मेहरबानी, धन्यवाद। थैंक यू वेरी मच सर। एक बार फिर आप सबके भीतर स्वयं प्रकाश ज्योत को मेरा प्रणाम। थैंक यू सर, थैंक यू।